साखी का हिंदी वर्जन देखने के लिए डिस्क्रिप्शन देखें। ਅਰਬ ਯਾਤਰਾ ਦੇ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਜ਼ਰ ਸ਼ਰੀਫ ਪਹੁੰਚੇ, ਜਿੱਥੇ ਹਜ਼ਰਤ ਅਲੀ ਦੀ ਕਬਰ ਹੈ। ਉੱਥੇ ਉਹਨਾਂ ਨੇ ਲੋਕਾਂ ਨੂੰ ਆਸ਼ੀਰਵਾਦ ਦਿੱਤਾ। ਮਜ਼ਰ ਵਿੱਚ ਗੁਰੂ ਜੀ ਅਬਦੁਲ ਕਾਦਰ ਜਿਲਾਨੀ ਦੇ ਪ੍ਰਸਿੱਧ ਸ਼ਹਿਰ ਬਗਦਾਦ ਪਹੁੰਚੇ। ਜਦੋਂ ਗੁਰੂ ਜੀ ਉੱਥੇ ਪਹੁੰਚੇ, ਉਸ ਸਮੇਂ ਉੱਥੇ ਖਲੀਫਾ ਬੱਕਰ ਅਤੇ ਪੀਰ ਅਬਦੁਲ ਰਹਿਮਾਨ ਦਾ ਸ਼ਾਸਨ ਸੀ। ਗੁਰੂ ਜੀ ਨੇ ਆਪਣਾ ਡੇਰਾ ਸ਼ਹਿਰ ਤੋਂ ਦੂਰ ਖਜੂਰ ਦੇ ਦਰਖਤਾਂ ਦੇ ਘਨੇ ਜੰਗਲਾਂ ਵਿੱਚ ਕਬਰਿਸਤਾਨ ਦੇ ਕੋਲ ਲਗਾਇਆ ਸੀ। ਸਵੇਰ ਸਮੇਂ ਭਾਈ ਮਰਦਾਨਾ ਜੀ ਗੁਰਬਾਣੀ ਗਾਣ ਲੱਗੇ। ਇਸ ਧਰਤੀ ਦੇ ਥੱਲੇ ਵੀ ਦੁਨੀਆ ਹੈ ਅਤੇ ਉੱਪਰ ਵੀ ਦੁਨੀਆ ਹੈ। ਵੇਦ ਕਹਿੰਦੇ ਹਨ ਕਿ ਤੁਸੀਂ ਜਿੰਨਾ ਲੱਭੋਗੇ ਉਹ ਤੁਹਾਨੂੰ ਉਨਾ ਹੀ ਮਿਲਦੇ ਜਾਣਗੇ। ਇਸਲਾਮਿਕ ਧਾਰਮਿਕ ਕਿਤਾਬ ਕਹਿੰਦੀਆਂ ਹਨ ਈਸ਼ਵਰ ਨੇ 18,000 ਸੰਸਾਰ ਬਣਾਏ ਹਨ। ਅਸਲੀਅਤ ਵਿੱਚ ਇਸ ਦੀ ਕੋਈ ਗਿਣਤੀ ਨਹੀਂ ਹੈ। ਇਹ ਅਸੰਖਿਆ ਹਨ। ਜੇਕਰ ਤੁਸੀਂ ਈਸ਼ਵਰ ਤੇ ਬਣਾਈ ਦੁਨੀਆ ਨੂੰ ਲੱਭਣ ਲੱਗੋਗੇ, ਉਸ ਦੀ ਗਿਣਤੀ ਕਰਨ ਲੱਗੋਗੇ ਤਾਂ ਆਪ ਖਤਮ ਹੋ ਜਾਓਗੇ, ਪਰ ਉਸ ਦੀ ਗਿਣਤੀ ਖਤਮ ਨਹੀਂ ਹੋਏਗੀ। ਉਹ ਨਾਨਕ, ਉਹ ਈਸ਼ਵਰ ਮਹਾਨ ਹੈ। ਈਸ਼ਵਰ ਨੂੰ ਸਿਰਫ ਈਸ਼ਵਰ ਹੀ ਜਾਣ ਸਕਦਾ ਹੈ। ਭਾਈ ਮਰਦਾਨਾ ਜੀ ਦੀ ਗੁਰਬਾਣੀ ਉੱਥੇ ਹੀ ਖੜਿਆ ਅਬਦੁਲ ਰਹਿਮਾਨ ਦਾ ਚੇਲਾ ਸੁਣ ਰਿਹਾ ਸੀ। ਉਹ ਉਸੇ ਵੇਲੇ ਦਸਤਗੀਰ ਦੇ ਕੋਲ ਗਿਆ ਅਤੇ ਬੋਲਿਆ, ਜਨਾਬ ਹੱਦ ਹੋ ਗਈ। ਕੁਝ ਹਿੰਦੂ ਫਕੀਰ ਕਬਰਿਸਤਾਨ ਦੇ ਕੋਲ ਆਏ ਹਨ। ਉਹ ਕਹਿੰਦੇ ਹਨ ਅਣਗਿਣਤ ਸੰਸਾਰ ਹੈ। ਇੱਥੋਂ ਤੱਕ ਕਿ ਉਹ ਸੰਗੀਤ ਬਜਾ ਰਹੇ ਹਨ ਜੋ ਸ਼ਰੀਅਤ ਦੇ ਖਿਲਾਫ ਹੈ। ਉਹ ਲੋਕੀ ਮੈਨੂੰ ਕਾਫਿਰ ਨਜ਼ਰ ਆਉਂਦੇ ਹਨ। ਇਹ ਸੁਣ ਕੇ ਪੀਰ ਅਬਦੁਲ ਰਹਿਮਾਨ ਗੁੱਸੇ ਵਿੱਚ ਲਾਲ ਹੋ ਗਏ। ਮੇਰਾ ਘੋੜਾ ਕੱਢੋ, ਅੱਜ ਮੈਂ ਉਨ ਕਾਫਿਰਾਂ ਨੂੰ ਜਿੰਦਾ ਦਫਨਾ ਦਿਆਂਗਾ। ਇਹ ਕਹਿ ਕੇ ਉਹ ਗੁਰੂ ਜੀ ਵੱਲ ਨਿਕਲ ਪਿਆ। ਜਦੋਂ ਉਹ ਗੁਰੂ ਜੀ ਤੋਂ ਕੁਝ ਦੂਰੀ ਤੇ ਸੀ ਤਾਂ ਉਸ ਦਾ ਘੋੜਾ ਉੱਥੇ ਹੀ ਰੁਕ ਗਿਆ। ਉਸਨੇ ਘੋੜੇ ਨੂੰ ਮਾਰਿਆ ਤੇ ਹਾਂਕਿਆ, ਪਰ ਘੋੜਾ ਟਸ ਤੋਂ ਮਸ ਨਾ ਹੋਇਆ। ਜਿਵੇਂ ਹੀ ਅਬਦੁਲ ਰਹਿਮਾਨ ਨੇ ਇੱਕ ਪਾਸੇ ਦੇਖਿਆ ਤਾਂ ਉਸਨੂੰ ਫਕੀਰ 100 ਕਦਮਾਂ ਦੀ ਦੂਰੀ ਤੇ ਬੈਠੇ ਦਿਖਾਈ ਦਿੱਤੇ। ਗੁਰੂ ਜੀ ਦੇ ਚਿਹਰੇ ਤੇ ਸੂਰਜ ਦੀ ਰੋਸ਼ਨੀ ਵਰਗੀ ਆਭਾ ਸੀ। ਉਹ ਆਭਾ ਇੰਨੀ ਤੇਜ਼ ਸੀ ਕਿ ਅਬਦੁਲ ਰਹਿਮਾਨ ਆਪਣੀਆਂ ਅੱਖਾਂ ਵੀ ਨਹੀਂ ਸੀ ਖੋਲ ਪਾ ਰਹੇ। ਇਹ ਦੇਖ ਕੇ ਉਹਨਾਂ ਨੇ ਸੋਚਿਆ, ਇਹ ਕੀ ਹੋ ਰਿਹਾ ਹੈ? ਮੇਰੇ ਤੋਂ ਚੰਗਾ ਤਾਂ ਇਹ ਜਾਨਵਰ ਹੈ ਜੋ ਮੇਰੇ ਤੋਂ ਮਾਰ ਖਾਣ ਦੇ ਬਾਅਦ ਵੀ ਅੱਗੇ ਨਹੀਂ ਵਧ ਰਿਹਾ ਤੇ ਮੈਂ ਬੁਰੀ ਭਾਵਨਾ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਲਾਨਤ ਹੈ ਮੇਰੇ ਤੇ। ਆਪਣੇ ਹੋਸ਼ ਵਿੱਚ ਆ ਅਬਦੁਲ ਰਹਿਮਾਨ ਇਹ ਉਹ ਫਕੀਰ ਹੈ ਜਿਨ੍ਹਾਂ ਨੇ ਕਾਬਾ ਵਿੱਚ ਕਰਿਸ਼ਮਾ ਕੀਤਾ ਸੀ। ਇਹ ਉਹ ਫਕੀਰ ਹੈ ਜਿਨ੍ਹਾਂ ਦੇ ਚਰਨਾਂ ਵਿੱਚ ਰੁਕੂਨ ਦਿਨ ਡਿੱਗ ਗਿਆ ਸੀ। ਅਬਦੁਲ ਰਹਿਮਾਨ ਆਪਣਾ ਅਭਿਮਾਨ ਤਿਆਗ ਕੇ ਆਪਣੇ ਘੋੜੇ ਤੋਂ ਥੱਲੇ ਉਤਰ ਗਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾ ਦਿੱਤਾ। ਉਹ ਫਕੀਰ ਮੇਰਾ ਹੱਥ ਫੜ ਲਿਓ, ਮੇਰਾ ਹੱਥ ਫੜ ਲਿਓ, ਤਾਂ ਜੋ ਮੇਰੇ ਸ਼ਿਸ਼ੇ ਜਦੋਂ ਇਹ ਗੱਲ ਸੁਣਨ ਤਾਂ ਉਹ ਸਾਰੀ ਦੁਨੀਆ ਨੂੰ ਦੱਸ ਸਕਣ ਕਿ ਉਹਨਾਂ ਦੇ ਫਕੀਰ ਨੂੰ ਖੁਦਾ ਦਾ ਰਾਸਤਾ ਮਿਲ ਗਿਆ ਹੈ। ਉਹ ਸੱਚੇ ਪਾਤਸ਼ਾਹ ਜੀ, ਆਪ ਨੇ ਇਸ ਅਰਬ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਇੱਕ ਅੱਲਾਹ ਦਾ ਮਾਰਗ ਦਿਖਾਇਆ ਹੈ, ਪਰ ਮੇਰੀ ਝੋਲੀ ਅਜੇ ਤੱਕ ਖਾਲੀ ਹੈ। ਕਿਰਪਾ ਕਰਕੇ ਆਪਣਾ ਆਸ਼ੀਰਵਾਦ ਦਿਓ। ਗੁਰੂ ਜੀ ਨੇ ਆਪਣੇ ਚਰਨਾਂ ਵਿੱਚ ਡਿੱਗੇ ਅਬਦੁਲ ਰਹਿਮਾਨ ਨੂੰ ਉਠਾਇਆ ਅਤੇ ਕਿਹਾ, ਅਬਦੁਲ ਰਹਿਮਾਨ, ਤੁਹਾਡੀ ਹਾਜ਼ਰੀ ਅੱਲਾ ਦੇ ਦਰ ਤੇ ਪ੍ਰਵਾਨ ਹੋਈ ਹੈ, ਪਰ ਤੁਸੀਂ ਆਪਣੇ ਲੋਕਾਂ ਨੂੰ ਇਹ ਕਹਿ ਕੇ ਆਏ ਹੋ ਕਿ ਤੁਸੀਂ ਮੈਨੂੰ ਜਿੰਦਾ ਦਫਨ ਕਰ ਦੇਵੋਗੇ। ਹੁਣ ਤੁਸੀਂ ਮੇਰੇ ਚਰਨਾਂ ਵਿੱਚੋਂ ਤੁਹਾਡੇ ਪ੍ਰਤੀ ਤੁਹਾਡੇ ਲੋਕਾਂ ਦਾ ਵਿਸ਼ਵਾਸ ਘੱਟ ਹੋ ਰਿਹਾ ਹੈ। ਇਹ ਦੇਖ ਕੇ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਬਦੁਲ ਰਹਿਮਾਨ ਨੇ ਪਿੱਛੇ ਮੁੜ ਕੇ ਦੇਖਿਆ। ਸੈਂਕੜੇ ਲੋਕ ਉਹਨਾਂ ਦੇ ਪਿੱਛੇ ਖੜੇ ਸਨ ਤੇ ਉਸ ਨੂੰ ਘੂਰ ਰਹੇ ਸਨ। ਪਰ ਉਹ ਉਹਨਾਂ ਨੂੰ ਦੇਖ ਕੇ ਘਬਰਾਇਆ ਨਹੀਂ। ਉਹ ਸੱਚੇ ਪਾਤਸ਼ਾਹ, ਜਦੋਂ ਮੈਂ ਆਪ ਜੀ ਦੇ ਚਰਨ ਵਿੱਚ ਹਾਂ ਤਾਂ ਮੈਨੂੰ ਕਿਸ ਬਾਤ ਦਾ ਡਰ? ਉਸਨੇ ਲੋਕਾਂ ਦੇ ਵੱਲ ਦੇਖਿਆ ਅਤੇ ਕਿਹਾ, ਉਹ ਮੇਰੇ ਅਜੀਜ਼, ਮੇਰੇ ਦੋਸਤੋ, ਮੈਨੂੰ ਫਕੀਰ ਦੇ ਚਰਨਾਂ ਵਿੱਚ ਡਿੱਗ ਪਿਆ ਦੇਖ ਕੇ ਅਚੰਭਿਤ ਨਾ ਹੋਵੋ, ਕ੍ਰੋਧ ਵਿੱਚ ਨਾ ਆਓ। ਮੈਂ ਇਹ ਸਭ ਇਹਨਾਂ ਨੂੰ ਪਰਖਣ ਦੇ ਬਾਅਦ ਹੀ ਕਰ ਰਿਹਾ ਹਾਂ। ਇਹਨਾਂ ਨੂੰ ਪਹਿਚਾਨ ਚੁੱਕਿਆ ਹਾਂ। ਇਹ ਸਿਰਫ ਇੱਕ ਫਕੀਰ ਹੀ ਨਹੀਂ ਹਨ, ਇੱਕ ਨਬੀ ਹਨ। ਮੇਰੀ ਅੱਖਾਂ ਨਾਲ ਦੇਖੋ, ਜੋ ਤੁਹਾਨੂੰ ਦਿਖੇਗਾ ਕਿ ਇਹ ਤਾਂ ਦੋ ਜਹਾਂ ਦੇ ਸੱਚੇ ਪਾਤਸ਼ਾਹ ਹਨ। ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹਾਂ ਕਿ ਜਿੱਥੋਂ ਸੰਸਾਰ ਸ਼ੁਰੂ ਹੁੰਦਾ ਹੈ ਤੇ ਜਿੱਥੇ ਖਤਮ ਹੁੰਦਾ ਹੈ, ਹਰ ਕੋਈ
ਕੋਈ ਇਹਨਾਂ ਅੱਗੇ ਆਪਣਾ ਸਿਰ ਝੁਕਾਉਂਦਾ ਹੈ। ਤੁਸੀਂ ਲੋਕੀ ਵੀ ਆਓ ਤੇ ਇਹਨਾਂ ਦੇ ਸਮਾਨ ਦੇ ਵਿੱਚ ਆਪਣਾ ਸਿਰ ਡਿਗਾਓ। ਉਹ ਲੋਕੋ, ਮੇਰੇ ਪਰਿਵਾਰ ਦੇ ਲੋਕਾਂ ਨੇ ਕਈ ਸਾਲੋਂ ਤੱਕ ਤੁਹਾਨੂੰ ਅੱਲਾਹ ਦਾ ਰਾਹ ਦਿਖਾਇਆ ਹੈ। ਅੱਜ ਮੇਰੇ ਪੂਰਵਜ ਜਿਨ੍ਹਾਂ ਨੇ ਤੁਹਾਨੂੰ ਅੱਲਾਹ ਦਾ ਮਾਰਗ ਦਿਖਾਇਆ ਸੀ, ਉਹ ਸਾਰੇ ਮਰ ਚੁੱਕੇ ਹਨ ਤੇ ਮੈਂ ਵੀ ਮਰ ਜਾਵਾਂਗਾ, ਪਰ ਇਹ ਨਬੀ ਜੀਵਨ ਤੇ ਮਰਨ ਤੇ ਉੱਪਰ ਹਨ। ਅਬਦੁਲ ਰਹਿਮਾਨ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਸਾਰੇ ਗੁਰੂ ਜੀ ਦੇ ਸਾਹਮਣੇ ਨਤਮਸਤਕ ਹੋ ਗਏ। ਅਬਦੁਲ ਰਹਿਮਾਨ ਹੁਣ ਰੋਜ਼ ਗੁਰੂ ਜੀ ਦੇ ਸਤਸੰਗ ਵਿੱਚ ਆਉਣ ਲੱਗੇ ਅਤੇ ਸਾਰੇ ਲੋਕ ਕਰਤਾਰ ਦਾ ਨਾਮ ਜਪਣ ਲੱਗੇ। ਬਗਦਾਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਫੈਲਦਾ ਜਾ ਰਿਹਾ ਸੀ। ਭਾਰੀ ਭੀੜ ਵਿੱਚ ਲੋਕ ਗੁਰੂ ਜੀ ਨੂੰ ਸੁਣਨ ਆ ਰਹੇ ਸਨ। ਉੱਥੇ ਇੱਕ ਪੀਰ ਸਨ ਜਿਨ੍ਹਾਂ ਦਾ ਨਾਮ ਪੀਰ ਬਹਿਲੋਲ ਸੀ। ਅਜੇ ਸੂਰਜ ਦੀ ਕਿਰਨ ਨਿਕਲੀ ਵੀ ਨਹੀਂ ਸੀ ਕਿ ਉਹ ਆਪਣੇ ਕੁਝ ਸ਼ਿਸ਼ਾਂ ਦੇ ਨਾਲ ਬੈਠੇ ਸਨ। ਅਚਾਨਕ ਉਹ ਖੜੇ ਹੋਏ ਤੇ ਬੋਲੇ, ਮੇਰੇ ਦੋਸਤੋ ਖੜੇ ਹੋ ਜਾਓ, ਤੁਹਾਨੂੰ ਅੱਲਾਹ ਦੇ ਬੰਦੇ ਨੂੰ ਮਿਲਣ ਜਾਣਾ ਹੈ। ਨਹੀਂ, ਅੱਲਾਹ ਨੂੰ ਮਿਲਣ ਜਾਣਾ ਹੈ। ਪੀਰ ਗੁਰੂ ਜੀ ਦੇ ਸਥਾਨ ਵੱਲ ਜਲਦੀ ਚੱਲਣ ਲੱਗੇ। ਉਹਨਾਂ ਦੇ ਪਿੱਛੇ ਉਹਨਾਂ ਦੇ ਸ਼ਿਸ਼ ਵੀ ਚੱਲ ਪਏ। ਥੋੜੀ ਦੇਰ ਬਾਅਦ ਉਹ ਕਬਰਿਸਤਾਨ ਵੱਲ ਪਹੁੰਚੇ ਜਿੱਥੇ ਗੁਰੂ ਜੀ ਲੋਕਾਂ ਨੂੰ ਗੁਰਬਾਣੀ ਸੁਣਾ ਰਹੇ ਸਨ। ਉੱਤੇ ਪਹੁੰਚਦੇ ਹੀ ਪੀਰ ਬਹਿਲੋਲ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ। ਆਪਣੇ ਪੀਰ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਡਿੱਗਦਾ ਦੇਖ ਪੀਰ ਬਹਿਲੋਲ ਦੇ ਸ਼ਿਸ਼ ਵੀ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਏ। आप इस धरती ते अल्लाह दा रूप हो, कृपा करके आप अपना आशीर्वाद इस धरती नू दिओ जो आप जी दे दीदार लई बड़े लंबे समय तो इंतजार कर रही सी। ਗੁਰੂ ਜੀ ਕਹਿਣ ਲੱਗੇ, ਉਹ ਪੀਰ, ਮੈਂ ਤਾਂ ਇੱਥੇ ਆਣਾ ਹੀ ਸੀ। ਤੁਹਾਡੇ ਭਰਾ ਅਬਦੁਲ ਰਹਿਮਾਨ ਦਾ ਪਿਆਰ ਮੈਨੂੰ ਇੱਥੇ ਖਿੱਚ ਕੇ ਲਿਆਇਆ ਏ। ਆਪ ਜੀ ਦੀ ਦਇਆ ਅਤੇ ਆਸ਼ੀਰਵਾਦ ਦਾ ਬਹੁਤ ਧੰਨਵਾਦ ਤੇ ਮੈਨੂੰ ਖੁਸ਼ੀ ਹੈ ਕਿ ਅਬਦੁੱਲਾ ਰਹਿਮਾਨ ਆਪ ਜੀ ਦਾ ਹੋ ਗਿਆ ਹੈ। ਮੇਰਾ ਧੰਨਵਾਦ ਨਾ ਕਰੋ, ਮੈਂ ਤਾਂ ਇਸੇ ਕੰਮ ਦੇ ਲਈ ਹੀ ਆਇਆ ਸੀ। हजरात, इस धरती ते आप जी ने अपने कदम रखे, इसनू पवित्र कर दिता। ए धरती हुण पवित्र हो गई है जिवें किसी ने इसनू दूध नाल धो दिता होवे। मैं कुछ कहना चाहता हां, मेरी इच्छा पूरी कर दिओ। ਪੀਰ ਬਹਿਲੋਲ, ਇਹ ਧਰਤੀ ਇਨਸਾਨ ਦੀਆਂ ਇੱਛਾਵਾਂ ਨਾਲ ਭਰੀ ਹੈ, ਪਰ ਜੇਕਰ ਸਾਨੂੰ ਮੁਕਤੀ ਚਾਹੀਦੀ ਹੈ ਤਾਂ ਸਾਨੂੰ ਇੱਛਾਵਾਂ ਤੋਂ ਉੱਪਰ ਉੱਠਣਾ ਪਵੇਗਾ। परंतु मेरी इच्छा दे पीछे कोई लालच नहीं है। ਦੱਸੋ ਤੁਸੀਂ ਕੀ ਚਾਹੁੰਦੇ ਹੋ? मैं चाहता हां कि आप जी अपने पवित्र कदम मेरे घर विच रखो। ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਆਜ਼ਾਦ ਪੰਛੀਆਂ ਨੂੰ ਪੱਕੇ ਮਕਾਨਾਂ ਵਿੱਚ ਰੱਖਣਾ ਚਾਹੁੰਦੇ ਹੋ? ਪੀਰ ਬਹਿਲੋਲ ਨੇ ਗੁਰੂ ਜੀ ਨੂੰ ਕਿਹਾ, नहीं हजरात, मैं महला विच नहीं रहंदा, मेरी तां एक छोटी सी झोपड़ी है। ਠੀਕ ਹੈ, ਅਸੀਂ ਤੁਹਾਡੇ ਨਾਲ ਤੁਹਾਡੀ ਕੁਟੀਆ ਵਿੱਚ ਚੱਲਾਂਗੇ। ਗੁਰੂ ਜੀ ਪੀਰ ਬਹਿਲੋਲ ਦੀ ਕੁਟੀਆ ਦੇ ਫਰਸ਼ ਦੇ ਵਿੱਚ ਹੀ ਚਾਦਰ ਤੇ ਬੈਠ ਗਏ। ਪੀਰ ਬਹਿਲੋਲ ਨੇ ਗੁਰੂ ਜੀ ਨੂੰ ਕਿਹਾ, ਕਿਰਪਾ ਕਰਕੇ ਮੈਨੂੰ ਦੱਸੋ, ਰਸੂਲ ਕਿਵੇਂ ਦੇ ਹਨ, ਪੈਗੰਬਰ ਕਿਵੇਂ ਹਨ? ਆਪਣੀਆਂ ਅੱਖਾਂ ਨਾਲ ਦੇਖ ਲਵੋ। ਪੀਰ ਬਹਿਲੋਲ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ। मैं आप जी दा धन्यवाद किवें करा जो आप जी ने मैनू रसूल प्रोफेट साहिब दे दीदार करवाए। मैं जो देखा मैं उसका विवरण नहीं कर सकता, पर मैं आप जी दा बहुत आभारी हाँ। मेरी आखिरी इच्छा भी मन जाओ, आप जी मेरी कुटिया विच भोजन करो। ਗੁਰੂ ਜੀ ਮੁਸਕਰਾਏ। ਗੁਰੂ ਜੀ ਦੀ ਮੁਸਕਰਾਹਟ ਨੂੰ ਪੀਰ ਜੀ ਨੇ ਹਾਂ ਸਮਝਿਆ ਅਤੇ ਉਮਰ ਰਾਜਾ ਨਾਮਕ ਵਿਅਕਤੀ ਨੂੰ ਬੁਲਾਇਆ। मेरे अजीज उमर, जाओ अते बाजार ते खान दा सामान लेके आओ। आज साडी खुशकिस्मती है कि सानू सच्चे गुरु दा खिदमत करन दा मौका मिलिया है। ਗੁਰੂ ਜੀ ਨੇ ਉਮਰ ਨੂੰ ਕਿਹਾ, ਉਮਰ, ਤੁਸੀਂ ਸ਼ਹਿਰ ਸਾਮਾਨ ਲੈਣ ਜਾ ਰਹੇ ਹੋ, ਪਰ ਯਾਦ ਰੱਖਣਾ ਉਸੇ ਦੁਕਾਨਦਾਰ ਤੋਂ ਸਾਮਾਨ ਖਰੀਦਣਾ ਜੋ ਇਨਸਾਨ ਹੋਵੇ। ठीक है जनाब। ਉਮਰ ਨੇ ਇਸ ਗੱਲ ਨੂੰ ਹਲਕਾ ਜਿਹਾ ਲਿਆ ਤੇ ਗੁਰੂ ਜੀ ਨੂੰ ਹਾਂ ਕਹਿ ਕੇ ਜਾਣ ਲੱਗਿਆ, ਪਰ ਗੁਰੂ ਜੀ ਨੇ ਉਸ ਨੂੰ ਰੋਕਿਆ ਅਤੇ ਕਿਹਾ, ਸਿਰਫ ਇਨਸਾਨ ਤੋਂ ਹੀ ਲੈਣਾ, ਇੱਕ ਸੱਚੇ ਇਨਸਾਨ ਤੋਂ। ਉਮਰ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਬੋਲਿਆ, आप जी ने इस शहर विच अपने पवित्र कदम रखे हन। इत्थे हर इंसान नेकी नाल जी रहा है, कोई बुरे कम नहीं करता। इत्थों दे जानवर भी ओही चाहते हन कि उन्हां नूं मुक्ति मिले। यह तां पीरां दी धरती है, इसलिए इत्थों कोई बुरा नहीं है।
ਗੁਰੂ ਜੀ ਨੇ ਕਿਹਾ, ਉਮਰ, ਇਹ ਗੱਲ ਇੱਕ ਆਧਾਰਹੀਨ ਗੱਲ ਹੈ ਜੋ ਭਰਮ ਅਤੇ ਘਮੰਡ ਨਾਲ ਕਹੀ ਗਈ ਹੈ। ਹਰ ਇਨਸਾਨ ਆਪਣਾ ਕਰਮ ਕਰ ਰਿਹਾ ਹੈ, ਉਸ ਦਾ ਆਪਣਾ ਕਰਮ ਹੀ ਉਸ ਨੂੰ ਮੁਕਤੀ ਦਿਵਾ ਸਕਦਾ ਹੈ। ਅਸੀਂ ਕਿਹੋ ਜਿਹੇ ਕਰਮ ਕਰ ਰਹੇ ਹਾਂ ਇਹ ਅਸੀਂ ਹੀ ਜਾਣਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਖੁਦ ਲੈਣਾ ਇਹ ਸਹੀ ਨਹੀਂ ਹੈ। ਜਿਵੇਂ ਹੀ ਉਮਰ ਨੇ ਆਪਣੀ ਗੱਲ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਆਪਣੇ ਕੇਸਾਂ ਵਿੱਚ ਕੰਘੀ ਫੇਰੀ ਅਤੇ ਕੇਸਾਂ ਦੇ 2 ਗੁੱਛੇ ਬਣਾ ਦਿੱਤੇ ਅਤੇ ਉਮਰ ਨੂੰ ਪੁੱਛਿਆ, ਇਹ ਕੀ ਹੈ? ਜੇ ਕੇਸ ਹਨ ਹੋਰ ਕੀ ਹਨ? ਉਮਰ, ਤੁਹਾਨੂੰ ਲੋਕਾਂ ਨੂੰ ਇਸ ਦੇ ਜ਼ਰੀਏ ਦੇਖਣਾ ਹੈ। ਕੁਝ ਵੀ ਖਰੀਦਣ ਤੋਂ ਪਹਿਲਾਂ ਦੁਕਾਨਦਾਰ ਨੂੰ ਇਹਨਾਂ ਦੀਆਂ ਨਜ਼ਰਾਂ ਨਾਲ ਹੀ ਦੇਖਣਾ। ਤੁਹਾਨੂੰ ਉਦੋਂ ਹੀ ਸੌਦਾ ਖਰੀਦਣਾ ਹੈ ਜਦੋਂ ਉਹ ਦੁਕਾਨਦਾਰ ਇਨਸਾਨ ਹੋਣ ਅਤੇ ਸਮਾਨ ਖਰੀਦਣ ਪਿੱਛੋਂ ਇਹ ਸਿੱਕਾ ਉਸ ਇਨਸਾਨ ਨੂੰ ਦੇ ਦੇਣਾ। ਉਮਰ ਨੇ ਇਹ ਦੋਹਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਅਤੇ ਸੌਦਾ ਖਰੀਦਣ ਲਈ ਸ਼ਹਿਰ ਚਲਾ ਗਿਆ। ਉਮਰ ਪਹਿਲੀ ਦੁਕਾਨ ਤੇ ਪਹੁੰਚਿਆ। ਉਮਰ ਨੇ ਦੁਕਾਨਦਾਰ ਨੂੰ ਕੇਸਾਂ ਦੇ ਮਾਧਿਅਮ ਨਾਲ ਦੇਖਿਆ। ਪਰ ਉਮਰ ਇਹ ਦੇਖ ਕੇ ਅਚੰਭੇ ਵਿੱਚ ਪੈ ਗਿਆ ਕਿ ਉਹ ਦੁਕਾਨਦਾਰ ਹਿਰਨ ਦੇ ਰੂਪ ਵਿੱਚ ਦਿਖ ਰਿਹਾ ਸੀ। ਉਮਰ ਦੂਜੀ ਦੁਕਾਨ ਤੇ ਪਹੁੰਚਿਆ। ਜਦੋਂ ਉਸਨੇ ਦੁਕਾਨਦਾਰ ਨੂੰ ਗੁਰੂ ਜੀ ਦੇ ਕੇਸਾਂ ਦੇ ਮਾਧਿਅਮ ਨਾਲ ਦੇਖਿਆ ਤਾਂ ਉਹ ਉਸ ਨੂੰ ਮੁਰਗੀ ਦਿਖਣ ਲੱਗਾ। ਉਮਰ ਕਈ ਦੁਕਾਨਾਂ ਤੇ ਗਿਆ ਪਰ ਸਾਰੀਆਂ ਜਗ੍ਹਾ ਤੇ ਅਜਿਹਾ ਹੀ ਹੋਇਆ। ਗੁਰੂ ਜੀ ਨੇ ਸਹੀ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖ ਸਕਦੇ। ਜੋ ਲੋਕੀ ਇਹ ਮੰਨਦੇ ਹਨ ਕਿ ਅਸੀਂ ਪੀਰ ਦੇ ਸ਼ਹਿਰ ਵਿੱਚ ਰਹਿ ਰਹੇ ਹਾਂ, ਉਸ ਦਾ ਆਸ਼ੀਰਵਾਦ ਸਾਡੇ ਸਿਰ ਤੇ ਹੈ ਤੇ ਸਾਨੂੰ ਮੁਕਤੀ ਮਿਲੇਗੀ, ਇਹ ਗੱਲ ਗਲਤ ਹੈ। ਇੱਥੇ ਜ਼ਿਆਦਾਤਰ ਲੋਕ ਆਪਣੇ ਜੀਵਨ ਮਰਨ ਤੇ ਖੇਲ ਵਿੱਚ ਆਪਣੇ ਆਪ ਨੂੰ ਪਸ਼ੂ ਬਣਾ ਦਿੱਤਾ ਹੈ। ਮੇਰੇ ਨਾਲ ਕੀ ਹੋਵੇਗਾ? ਮੈਂ ਤਾਂ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਪੀਰ ਜੀ ਨਾਲ ਰਹਿ ਰਿਹਾ ਹਾਂ, ਮੈਨੂੰ ਮੁਕਤੀ ਮਿਲੇਗੀ, ਹੁਣ ਮੇਰੇ ਨਾਲ ਕੀ ਹੋਵੇਗਾ? ਉਮਰ ਅਗਲੀ ਦੁਕਾਨ ਤੇ ਪਹੁੰਚਿਆ। ਉਸਨੇ ਗੌਰ ਨਾਲ ਉਸ ਆਦਮੀ ਨੂੰ ਗੁਰੂ ਜੀ ਦੇ ਕੇਸਾਂ ਦੇ ਮਾਧਿਅਮ ਨਾਲ ਦੇਖਿਆ। ਜਾ ਖੁਦਾ, ਆਖਿਰ ਮੈਨੂੰ ਇਨਸਾਨ ਮਿਲ ਗਿਆ ਹੈ। ਭਾਈ ਇਹ ਲੋ ਇਹ ਸਿੱਕਾ ਤੇ ਮੈਨੂੰ ਖਾਣ ਦਾ ਸਮਾਨ ਦੇ ਦਿਓ। ਦੁਕਾਨਦਾਰ ਨੇ ਸਿੱਕੇ ਨੂੰ ਮੱਥੇ ਨਾਲ ਲਗਾਇਆ ਅਤੇ ਬਹੁਤ ਸਾਰਾ ਖਾਣੇ ਦਾ ਸਮਾਨ ਉਮਰ ਨੂੰ ਦੇ ਦਿੱਤਾ। ਉਮਰ ਨੇ ਉਸ ਦੁਕਾਨਦਾਰ ਨੂੰ ਕਿਹਾ, भाईजान, मैनू लगता है कि आप जी ने गलती की है। मैं सिर्फ एक सिक्का ही दिता है, आप जी ने मैनू इतना सारा सामान दे दिता। भाईजान, ए सामान इस सिक्के की कीमत नहीं है, ए सिक्का तो अनमोल है। सामान तो मैं इसलिए दे रहा हाँ कि आपने मैनू इस सिक्के नू हाथ विच लैण दा मौका दिता। ਉਮਰ ਨੇ ਉਸ ਦੁਕਾਨਦਾਰ ਦੇ ਪੈਰ ਫੜ ਲਏ ਅਤੇ ਉਸਨੇ ਕਿਹਾ, आप मैनू अल्लाह दे बंदे लगते हो। मैं मुक्ति प्राप्ति लई अपने पीर दा हाथ फड़िया है। कृपा करके मैनू दसो कि मैनू मुक्ति किवें मिलेगी, जा मेरा हाल भी उन्हां सब लोकां जिहा होगा जिन्हां दा हाल मैं आज वेख्या है। दुकानदार ने अपना हाथ उमर नू शीशे दे वांग दिखाया। उमर अपनी जुन्नी नू कुत्ते वांग देख के कंबन लगा। अल्लाह दे बंदे, मैनू राह दिखाओ जे मेरा अगला जन्म पशु दा ना मिले। इंसान नू पशु अते पशु नू इंसान दी जून देना मेरा कर्म नहीं है, ए मेरे वस दी गल नहीं है। तो कौन कर सकता है? ओही हन जिन्हां ने तुहानू मेरे कोल भेजा है। ਇਹ ਸੁਣ ਕੇ ਉਮਰ ਗੁਰੂ ਜੀ ਵੱਲ ਦੌੜਿਆ। ਦੌੜਦੇ ਹੋਏ ਉਹ ਬੋਲ ਰਿਹਾ ਸੀ, ਨਾਨਕ ਪੀਰ ਦੇ ਪੀਰ ਹਨ, ਜੋ ਨਾਨਕ ਨੂੰ ਨਹੀਂ ਮੰਨਦਾ ਉਹ ਨਰਕ ਵਿੱਚ ਜਾਵੇਗਾ। ਬਹਿਲੋਲ ਅਤੇ ਉਮਰ ਨੇ ਗੁਰੂ ਜੀ ਦੇ ਚਰਨ ਫੜ ਲਏ। ਬਹਿਲੋਲ ਨੇ ਉਹਨਾਂ ਦੇ ਸਮਾਨ ਵਿੱਚ ਇੱਕ ਤੀਰਥ ਸਥਾਨ ਬਣਵਾਇਆ। ਇਸ ਇਮਾਰਤ ਦੇ ਸਾਹਮਣੇ ਇੱਕ ਪੱਥਰ ਦੀ ਸ਼ਿਲਾ ਹੈ ਜਿਸ ਉੱਤੇ ਲਿਖਿਆ ਹੈ, ਗੁਰੂ ਸ਼ਬਦ ਦਾ ਅਰਥ ਅਰਬਿਕ ਵਿਆਕਰਣ ਦੇ ਅਨੁਸਾਰ ਰੱਬ ਉਲ ਅਲਾਮੀਨ ਹੈ, ਜਿਸ ਦਾ ਅਰਥ ਹੈ ਉਹ ਵਿਅਕਤੀ ਜੋ ਸੰਸਾਰ ਦਾ ਪਾਲਣ ਪੋਸ਼ਣ ਕਰੇ। ਮੁਰਾਦ ਅਲੀ ਦਾ ਅਰਥ ਹੈ ਜੋ ਸਾਰਿਆਂ ਦੀਆਂ ਮੁਰਾਦਾਂ ਨੂੰ ਪੂਰਾ ਕਰੇ। ਰੱਬ ਉਲ ਮਾਜਿਦ ਦਾ ਅਰਬਿਕ ਵਿੱਚ ਅਰਥ ਈਸ਼ਵਰ ਹੈ। ਇਸ ਸ਼ਿਲਾ ਤੇ ਜੋ ਲਿਖਿਆ ਹੈ ਉਹ ਅਰੇਬਿਕ ਅਤੇ ਤੁਰਕਿਸ਼ ਨੂੰ ਮਿਲਾ ਕੇ ਲਿਖਿਆ ਗਿਆ ਹੈ।
ਜਿਸ ਦਾ ਅਰਥ ਕਈ ਵਿਦਵਾਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਤਾਰੀਖ ਇਸ ਉੱਪਰ ਲਿਖੀ ਹੈ ਉਹ 26 ਦਸੰਬਰ 1511 ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਸਿੱਖ ਸਿਪਾਹੀਆਂ ਨੇ ਬਗਦਾਦ ਵਿੱਚ ਇਸ ਸਥਾਨ ਤੇ ਇੱਕ ਕਮਰਾ ਬਣਵਾਇਆ। ਵਿਸ਼ਵ ਯੁੱਧ ਦੇ ਪਿੱਛੋਂ ਬਹੁਤ ਸਾਰੇ ਸਹਿਜਧਾਰੀ ਸਿੱਖ ਸਿੰਧ ਤੋਂ ਨਿਕਲ ਕੇ ਬਗਦਾਦ ਵਿੱਚ ਚਲੇ ਗਏ ਤੇ ਉੱਥੇ ਨਿਵਾਸ ਬਣਾਇਆ। ਗੁਰੂ ਜੀ ਦੇ ਸਿੱਖਾਂ ਨੇ ਉੱਥੇ ਗੁਰਦੁਆਰਾ ਬਣਵਾਇਆ ਅਤੇ ਉੱਥੇ ਹੀ ਇਸ ਪੱਥਰ ਦੀ ਸ਼ਿਲਾ ਨੂੰ ਮੁੱਖ ਦਵਾਰ ਤੇ ਰੱਖਿਆ ਗਿਆ। ਗੁਰਦੁਆਰੇ ਦੇ ਨਾਲ ਹੀ ਪੀਰ ਬਹਿਲੋਲ ਦਾ ਵੀ ਮਕਬਰਾ ਹੈ, ਜਿਸ ਦੇ ਦਰਸ਼ਨ ਸਿੱਖ ਸੰਗਤਾਂ ਆਦਰ ਦੇ ਨਾਲ ਕਰਦੀਆਂ ਹਨ। ਬਹਿਲੋਲ ਦੇ ਸਿੱਖ ਬਣ ਜਾਣ ਦੇ ਕਾਰਨ ਸਾਰਾ ਵਾਤਾਵਰਨ ਗੁਰੂ ਜੀ ਵਿੱਚ ਢਲ ਚੁੱਕਾ ਸੀ। ਸਤਨਾਮ ਸ਼੍ਰੀ ਵਾਹਿਗੁਰੂ।